ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਧੰਨਵਾਦ ਕਰਦੇ ਹਾਂ ਕਿ ਤੂੰ ਸਾਨੂੰ ਆਪਣਾ ਵਚਨ ਦੇ ਕੇ ਆਪਣੀ ਸੱਚਾਈ ਦੇ ਨਾਲ ਆਪਣੇ ਪਿੱਛੇ ਚੱਲਣ ਦਾ ਸਾਨੂੰ ਬਲ ਦਿੰਦਾ ਹੈ ਅਤੇ ਤੇਰਾ ਆਤਮਾ ਸਾਨੂੰ ਪਰਮੇਸ਼ਰਤਾ ਸਿਖਾਉਂਦਾ ਹੈ ਕਿ ਕਿਸ ਤਰ੍ਹਾਂ ਅਸੀਂ ਇਸ ਬੁਰੇ ਸੰਸਾਰ ਦੇ ਵਿੱਚ ਪਰਮੇਸ਼ਰ ਪਿਤਾ ਆਪਣੇ ਆਪ ਨੂੰ ਸੁਰੱਖਿਅਤ ਰੱਖ ਕੇ ਤੇਰੇ ਪਿੱਛੇ ਚੱਲ ਸਕਦੇ ਹਾਂ। ਅੱਜ ਦੇ ਵਚਨ ਦੇ ਨਾਲ ਵੀ ਇਹ ਸਭ ਕੁਝ ਸਿੱਖਣ ਦੇ ਲਈ ਮਦਦ ਕਰ ਅਤੇ ਸਿੱਖਣ ਵਾਲਿਆਂ ਦੀ ਮਦਦ ਕਰ ਤਾਂ ਕਿ ਤੇਰੇ ਨਾਮ ਦੀ ਵਡਿਆਈ ਹੋਵੇ। ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ, ਆਮੀਨ। ਪਿਆਰੇ ਅਜ਼ੀਜ਼, ਕੱਲ ਪਿਛਲੇ ਮੇਰੇ ਜੋ ਵਿਸ਼ਾ ਸੀ ਉਹ ਇਹ ਸੀ ਪਰਮੇਸ਼ਰ ਦੇ ਵਚਨ ਦੇ ਪਿੱਛੇ ਸਿੱਧਾ ਚੱਲਣਾ। ਅੱਜ ਮੇਰਾ ਵਚਨ ਦਾ ਜੋ ਵਿਸ਼ਾ ਹੈ ਉਹ ਹੈ ਪਰਮੇਸ਼ਰ ਦੇ ਵਚਨ ਦੇ ਪਿੱਛੇ ਸਿੱਧਾ ਚੱਲਣ ਦਾ ਸਾਡੇ ਵਿੱਚ ਉਦੇਸ਼ ਕੀ ਹੈ। ਯੋਸ਼ੀਆ ਜਿਹੜਾ ਸੀ ਉਹ ਪਰਮੇਸ਼ਰ ਦੇ ਪਿੱਛੇ ਸਿੱਧਾ ਕਿਉਂ ਚੱਲਿਆ? ਉਸ ਦਾ ਉਦੇਸ਼ ਕੀ ਸੀ? ਕਾਰਨ ਕੀ ਸੀ? ਮੈਂ ਆਪ ਨੂੰ ਉਸ ਦੇ ਬਾਰੇ ਕੁਝ ਹੋਰ ਗੱਲਾਂ ਇਸ ਦੇ ਵਿੱਚੋਂ ਸਿੱਖਣ ਦੇ ਲਈ ਜੋ ਮੈਨੂੰ ਇਸ ਦੇ ਵਿੱਚੋਂ ਮਿਲੀਆਂ ਮੈਂ ਆਪ ਨੂੰ ਦੱਸਣਾ ਚਾਹੁੰਦਾ। ਲਿਖਿਆ ਉਹਨੇ ਉਹ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ। 22 ਦੂਸਰਾ ਰਾਜਾ 22 ਉਸਨੇ ਉਹ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ ਔਰ ਆਪਣੇ ਪਿਓ ਦਾਊਦ ਦੇ ਸਾਰੇ ਰਾਹ ਤੇ ਚੱਲਦਾ ਰਿਹਾ ਔਰ ਸੱਜੇ ਜਾਂ ਖੱਬੇ ਨੂੰ ਨਾ ਮੁੜਿਆ। ਮੈਂ ਜਦੋਂ ਇਸ ਦੇ ਵਿੱਚ ਕੁਝ ਗੱਲਾਂ ਵੇਖੀਆਂ ਤਾਂ ਉਸ ਦੇ ਵਿੱਚ ਇਹ ਸੀ ਕਿ ਜਦੋਂ ਯੋਸ਼ੀਆ ਰਾਜ ਕਰਨ ਲੱਗਾ, ਲਿਖਿਆ 8 ਵਰਿਆਂ ਦਾ, ਇਹਦਾ ਮਤਲਬ 8 ਤੇ 8 16 ਵਰਿਆਂ ਦੇ ਵਿੱਚ 4 ਸਾਲ ਬਾਅਦ ਉਸਨੇ ਯਹੂਦਾ ਦੇ ਵਿੱਚੋਂ ਹਰੇਕ ਕੁਧਰਮੀ ਪੂਜਾ ਵਿੱਚੋਂ ਬਾਹਰ ਆਉਣਾ ਸ਼ੁਰੂ ਕੀਤਾ। ਇਹਦਾ ਮਤਲਬ ਉਸ ਰਾਜ ਦੇ ਵਿੱਚ ਕੁਧਰਮ ਦੀਆਂ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸੀ। ਮੂਰਤੀ ਪੂਜਾ ਸੀ, ਝੂਠ ਸੀ, ਰਿਸ਼ਵਤਖੋਰੀ ਸੀ, ਧੋਖੇਬਾਜ਼ੀ ਸੀ, ਘਮੰਡ ਸੀ। ਇਹ ਸਾਰੀਆਂ ਚੀਜ਼ਾਂ ਤੋਂ ਉਹਨੇ ਬਾਹਰ ਆਉਣਾ ਸ਼ੁਰੂ ਕੀਤਾ। ਬਾਹਰ ਆਉਣ ਦਾ ਮਤਲਬ ਉਹ ਜੋ ਉਸਨੇ ਆਪਣੇ ਪਿਓ ਦਾਊਦ ਦੇ ਬਾਰੇ ਸੁਣਿਆ ਸਾ ਕਿ ਉਹ ਕਿਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਦਾਊਦ, ਇਹਦਾ ਮਤਲਬ ਪਿਓ ਦਾਊਦ ਦਾ ਯੂਜ਼ ਇੱਥੇ ਇਸਤੇਮਾਲ ਕਿਉਂ ਕੀਤਾ ਗਿਆ ਹੈ ਜਦ ਕਿ ਉਸਦੇ ਇੱਥੇ ਪਿਤਾ ਦੇ ਬਾਰੇ ਕਿਉਂ ਕੀਤਾ? ਕਿਉਂਕਿ ਉਸ ਦੇ ਕੁੱਲ ਵਿੱਚੋਂ ਆ ਰਿਹਾ ਸੀ ਔਰ ਦਾਊਦ ਦਾ ਉਸ ਵੇਲੇ ਨਾਮ ਬਹੁਤ ਉੱਚਾ ਉੱਠਿਆ ਸੀ ਕਿਉਂਕਿ ਉਹ ਪਰਮੇਸ਼ਰ ਤੋਂ ਬਿਨਾਂ ਕੋਈ ਕੰਮ ਨਹੀਂ ਸੀ ਕਰਦਾ। ਜਿਹੜੀ ਉਸ ਦੇ ਵਿੱਚ ਪਰਮੇਸ਼ਰ ਦੇ ਨਾਲ ਅਣਖ ਉਸ ਦੇ ਪਿਓ ਦਾਊਦ ਦੀ ਵਰਗੀ ਉਸ ਦੇ ਵਿੱਚ ਆਈ ਅਤੇ ਉਹ ਇਸ ਤਰੀਕੇ ਦੇ ਨਾਲ ਕੰਮ। ਔਰ ਇਸ ਗੱਲ ਨੂੰ ਅਸੀਂ ਵੇਖੀਏ ਤਾਂ ਦੂਸਰਾ ਇਤਿਹਾਸ 34 ਦਾ 3-4 ਦੇ ਵਿੱਚ ਇਹ ਗੱਲਾਂ ਰਿਮੈਂਬਰ ਹੋਣੀਆਂ ਸ਼ੁਰੂ ਕਰ ਦਿੰਦਾ ਕਿ ਉਹ ਉੱਚੀਆਂ ਥਾਵਾਂ ਨੂੰ ਉਹਨੇ ਢਾਉਣਾ ਸ਼ੁਰੂ ਕਰ ਦਿੱਤਾ ਅਤੇ ਮੂਰਤਾਂ ਦੇ ਟੁੰਡਾਂ ਨੂੰ ਵੱਢ ਸੁੱਟਿਆ। ਅੱਜ 16 ਸਾਲ ਦੀ ਉਮਰ ਦੇ ਵਿੱਚ ਸਾਡੇ ਬੱਚੇ ਜਵਾਨ ਹੈ ਤੇ ਕੀ ਉਹ ਕਲੀਸਿਆ ਦੇ ਵਿੱਚ ਜਾ ਰਹੇ? ਕੀ ਅਸੀਂ ਉਹਨਾਂ ਨੂੰ ਪਰਮੇਸ਼ਰ ਦੇ ਵਚਨ ਦੀ ਤਾਲੀਮ ਦੇ ਰਹੇ? ਕੀ ਅਸੀਂ ਅੱਜ ਦੇ ਸਮੇਂ ਦੇ ਵਿੱਚ ਇਹ ਜੋ ਵਚਨ ਪਰਮੇਸ਼ਰ ਦਾ ਵਚਨ, ਪਰਮੇਸ਼ਰ ਦਾ ਆਤਮਾ ਹੈ, ਭਾਵ ਸਵੈ ਪਰਮੇਸ਼ਰ ਹੈ ਜੋ ਸੱਤ ਹੈ ਅਤੇ ਸੱਤ ਦਾ ਰਾਹ ਦੱਸਦਾ ਹੈ, ਕਿ ਅਸੀਂ ਇਹ ਆਪਣੇ ਬੱਚਿਆਂ ਨੂੰ ਇਸ ਦੀ ਤਾਲੀਮ ਜੋ ਸਿੱਧਾ ਹੈ ਰਾਹ ਅਸੀਂ ਦੇ ਰਹੇ? ਉਦੇਸ਼ ਕੀ ਹੈ ਪਰਮੇਸ਼ਰ ਦਾ? ਉਦੇਸ਼ ਪਰਮੇਸ਼ਰ ਦਾ ਇਹ ਹੈ ਕਿ ਹਰ ਇੱਕ ਵਿਅਕਤੀ ਪਰਮੇਸ਼ਰ ਦੀ ਮਹਿਮਾ ਕਰੇ ਅਤੇ ਪਰਮੇਸ਼ਰ ਦੇ ਝੁੰਡ ਦੇ ਵਿੱਚ ਆ ਕੇ ਪਰਮੇਸ਼ਰ ਦੀ ਸੱਚੀ ਭਗਤੀ ਕਰੇ। ਪਰਮੇਸ਼ਰ ਦਾ ਆਦੇਸ਼ ਇਹ ਨਹੀਂ ਹੈ ਕਿ ਮਨੁੱਖ ਸੰਸਾਰ ਦੀਆਂ ਗੱਲਾਂ ਦੇ ਵਿੱਚ ਪੈ ਕੇ ਸੰਸਾਰ ਦੇ ਕੰਮਾਂ ਨੂੰ ਕਰਦਾ ਹੋਇਆ ਨਸ਼ਟ ਹੋ ਜਾਵੇ ਜਿਵੇਂ ਕਿ ਉਹਦੇ ਬਾਪ ਦਾਦੇ ਨਸ਼ਟ ਹੋ ਗਏ। ਇਹ ਗੱਲ ਯੋਸ਼ੀਆ ਦੇ ਜੀਵਨ ਦੇ ਵਿੱਚ ਆਈ। ਉਸਨੇ ਇਸ ਨੂੰ ਦੂਰ ਕੀਤਾ ਔਰ ਜਦੋਂ ਉਸ ਨੂੰ ਹੈਕਲ ਦੇ ਵਿੱਚੋਂ
हिलकिय्याह ਨੂੰ मूसा ਦੇ ਦੁਆਰਾ ਲਿਖੀ ਹੋਈ ਕਿਤਾਬ ਮਿਲੀ, ਲਿਖਿਆ ਕਿਤਾਬ ਮਿਲੀ। ਮੈਂ ਆਪ ਨੂੰ ਦੱਸ ਦੇਣਾ ਚਾਹੁੰਦਾ ਹਾਂ, ਅੱਜ ਸਾਡੇ ਸਭਨਾਂ ਦੇ ਕੋਲ ਇਹ ਪਵਿੱਤਰ ਬਾਈਬਲ ਹੈ। ਇਹ ਪਵਿੱਤਰ ਬਾਈਬਲ ਕਈ ਵਾਰ ਸਾਡੀਆਂ ਅਲਮਾਰੀਆਂ 'ਚ ਪਈ ਰਹਿੰਦੀ ਹੈ, ਕਈ ਵਾਰ ਸਾਡੇ ਆਪਣਾ ਘਰਾਂ ਦੇ ਡੋਕਟ ਦੇ ਵਿੱਚ ਪਈ ਰਹਿੰਦੀ ਹੈ। ਸਾਡੇ ਬੱਚੇ ਉਹਦੇ ਕੋਲੋਂ ਅੱਗੇ ਪਿੱਛੋਂ ਲੰਘਦੇ ਆ, ਪਰ ਇਸ ਦੇ ਉੱਤੇ ਧਿਆਨ ਨਹੀਂ ਦਿੰਦੇ। ਉਹਨਾਂ ਦਾ ਧਿਆਨ ਕਿਸ ਦੇ ਉੱਤੇ ਚਲਾ ਗਿਆ? ਮੋਬਾਈਲ ਦੇ ਉੱਤੇ ਚਲਾ ਗਿਆ। ਉਹਨਾਂ ਦਾ ਧਿਆਨ ਕਿੱਥੇ ਚਲਾ ਗਿਆ? ਟੀਵੀ ਦੇ ਉੱਤੇ ਚਲਾ ਗਿਆ। ਉਹਨਾਂ ਦਾ ਧਿਆਨ ਕਿੱਥੇ ਚਲਾ ਗਿਆ? ਗੰਦੀਆਂ ਗੱਲਾਂ ਦੇ ਉੱਤੇ ਚਲਾ ਗਿਆ। ਉਹਨਾਂ ਦਾ ਧਿਆਨ ਕਿੱਥੇ ਚਲਾ ਗਿਆ? ਗੰਦੀਆਂ ਫਿਲਮਾਂ ਦੇ ਉੱਤੇ ਚਲਾ ਗਿਆ। ਉਹਨਾਂ ਦਾ ਧਿਆਨ ਕਿੱਥੇ ਚਲਾ ਗਿਆ? ਦੁਨੀਆ ਦੀ ਐਸ਼ੋ ਆਰਾਮ ਦੇ ਵਿੱਚ ਚਲਾ ਗਿਆ। ਉਹਨਾਂ ਦਾ ਧਿਆਨ ਕਿੱਥੇ ਚਲਾ ਗਿਆ? ਪੱਬਾਂ ਦੇ ਵਿੱਚ ਚਲਾ ਗਿਆ। ਉਹਨਾਂ ਦਾ ਧਿਆਨ ਕਿੱਥੇ ਚਲਾ ਗਿਆ? ਦੁਨੀਆ ਦੇ ਜੂਏ ਅਤੇ ਅਜਿਹੇ ਮਾੜੇ ਕੰਮਾਂ ਦੇ ਵਿੱਚ ਚਲਾ ਗਿਆ, ਨਸ਼ਿਆਂ ਅਤੇ ਬਦਮਸਤੀਆਂ ਦੇ ਵਿੱਚ ਚਲਾ ਗਿਆ, ਜਿਸ ਕਰਕੇ ਸਾਡੇ ਬੱਚਿਆਂ ਦਾ ਜੀਵਨ ਅੱਜ ਵਿਨਾਸ਼ ਹੁੰਦਾ ਜਾ ਰਿਹਾ। ਕਿਉਂਕਿ ਅਸੀਂ ਉਹਨਾਂ ਨੂੰ ਇਹ ਪਵਿੱਤਰ ਬਾਈਬਲ ਉਹਨਾਂ ਨੂੰ ਦੇ ਨਹੀਂ ਰਹੇ ਹਾਂ। ਉਹਨਾਂ ਨੂੰ ਇਹ ਨਹੀਂ ਦੱਸ ਰਹੇ ਕਿ ਪਰਮੇਸ਼ਰ ਦਾ ਉਦੇਸ਼ ਹੈ ਕਿ ਹਰ ਇੱਕ ਮਨੁੱਖ ਉਸ ਨੂੰ ਜਾਣੇ ਅਤੇ ਉਸ ਦੀ ਭਗਤੀ ਕਰੇ, ਉਸ ਦੀ ਭਗਤੀ ਕਰੇ। ਜਦੋਂ ਮੈਂ ਕਹਾਵਤਾਂ ਦੀ ਪੁਸਤਕ ਉਸ ਦਾ 3 ਅਧਿਆਇ ਉਸ ਦੀ 6 ਆਇਤ ਨੂੰ ਪੜ੍ਹਦਾ ਤਾਂ ਉਹਦੇ ਵਿੱਚ ਲਿਖਿਆ, ਤੂੰ ਪਰਮੇਸ਼ਰ ਨੂੰ ਆਪਣੇ ਹਰ ਇੱਕ ਰਾਹ ਦੇ ਵਿੱਚ ਪਛਾਣਾਂਗੇ ਤਾਂ ਜੇ ਅਸੀਂ ਉਹਦੇ ਕੋਲ ਜਾਵਾਂਗੇ, ਪਛਾਣਾਂਗੇ ਤਾਂ ਜੇ ਅਸੀਂ ਉਹਨੂੰ ਖੋਲ ਕੇ ਪੜਾਂਗੇ। ਪੜ੍ਹਦੇ ਕਿੱਥੇ ਹਾਂ ਅਸੀਂ ਆਪਣੀ ਜਵਾਨੀ ਦੀ ਅਵਸਥਾ ਦੇ ਵਿੱਚ ਅਜਿਹੇ ਲੁੱਚੇ ਕੰਮਾਂ ਦੇ ਵਿੱਚ ਲੱਗ ਜਾਂਦੇ ਆ ਜਿਸ ਤੋਂ ਪਰਮੇਸ਼ਰ ਨੂੰ ਘਿਣ ਆਉਂਦੀ ਹੈ, ਨਫ਼ਰਤ ਆਉਂਦੀ ਹੈ। ਮੇਰੇ ਪਿਆਰੇ ਅਸੀਸ, ਹਰ ਇੱਕ ਜੋ ਮਾਂ ਬਾਪ ਹੈ, ਹਰ ਇੱਕ ਜੋ ਪਿਤਾ ਹੈ, ਜਿਸ ਦੇ ਹੱਥ ਦੇ ਵਿੱਚ ਪਰਮੇਸ਼ਵਰ ਨੇ ਪ੍ਰਭੁਤਵ ਦਿੱਤਾ ਹੈ, ਜਿਸ ਦੇ ਹੱਥ ਦੇ ਵਿੱਚ ਪਰਮੇਸ਼ਵਰ ਨੇ ਘਰ ਦਾ ਪੁਰਖਾਰਥ ਦਿੱਤਾ ਹੈ, ਜੇ ਉਹ ਆਪਣੇ ਬੱਚੇ ਨੂੰ ਇਸ ਵਚਨ ਦੇ ਨਾਲ ਸਿੱਧੀ ਰਾਹ ਨਹੀਂ ਸਿਖਾ ਰਿਹਾ ਹੈ, ਤਾਂ ਉਹ ਉਸ ਦੀ ਮੌਤ ਦਾ ਅਤੇ ਉਸ ਦੇ ਭਟਕਣ ਦਾ ਅਤੇ ਉਸ ਦੇ ਜੀਵਨ ਦੇ ਉੱਤੇ ਇਸ ਯੁੱਗ ਦੇ ਈਸ਼ਵਰ ਦੇ ਅਖਤਿਆਰ ਦਾ ਜ਼ਿੰਮੇਦਾਰ ਹੋਵੇਗਾ। ਕਿਉਂਕਿ ਪਰਮੇਸ਼ਰ ਦਾ ਦਿਨ ਉਹ ਆ ਰਿਹਾ ਹੈ ਜਦੋਂ ਹਰ ਇੱਕ ਮਾਂ-ਬਾਪ ਤੋਂ ਉਸ ਦਾ ਲੇਖਾ ਲਏਗਾ। ਮੈਂ ਤੁਹਾਨੂੰ ਸੰਤਾਨ ਦਿੱਤੀ ਹੈ। ਸੰਤਾਨ ਦੇਣ ਦਾ ਮਤਲਬ ਕੀ ਹੈ? ਬਾਈਬਲ ਦੇ ਵਿੱਚ ਲਿਖਿਆ ਹੈ, ਜਦੋਂ ਅਸੀਂ ਜ਼ਬੂਰ 127 ਦਾ 3 ਪੜ੍ਹਦੇ ਹਾਂ, ਲਿਖਿਆ ਹੈ, ਬੱਚੇ ਯਹੋਵਾ ਵੱਲੋਂ ਇਨਾਮ ਹਨ, ਢਿੱਡ ਦਾ ਫਲ ਉਹਦੇ ਵੱਲੋਂ ਇੱਕ ਦਾਨ ਹੈ। ਤੇ ਜਿਹੜਾ ਇਨਾਮ ਹੈ, ਜਿਹੜੀ ਬਖਸ਼ਿਸ਼ ਹੈ, ਜਿਹੜੀ ਪਰਮੇਸ਼ਰ ਵੱਲੋਂ ਸਾਨੂੰ ਦਿੱਤੀ ਗਈ ਹੈ, ਇੱਕ ਦਿਨ ਪਰਮੇਸ਼ਰ ਉਸ ਦਾ ਹਿਸਾਬ ਲਵੇਗਾ। ਮੈਂ ਤੇ ਤੁਸੀਂ ਬਚ ਨਹੀਂ ਸਕਦੇ, ਇਸ ਜ਼ਿੰਮੇਵਾਰੀ ਤੋਂ ਅਸੀਂ ਭੱਜ ਨਹੀਂ ਸਕਦੇ। ਸਾਡਾ ਫਰਜ਼ ਹੈ ਰੋਜ਼ ਆਪਣੇ ਬੱਚਿਆਂ ਨੂੰ ਕਹਿਣਾ, ਪੁੱਤਰ ਆਓ ਅਸੀਂ ਇਸ ਬਾਣੀ ਦੇ ਵਿੱਚੋਂ ਪੜ੍ਹੀਏ, ਇਸ ਬਾਣੀ ਦੇ ਵਿੱਚੋਂ ਸਿੱਖੀਏ। ਦੇਖੋ ਇਹ ਬਾਣੀ, ਇਹ ਪਰਮੇਸ਼ਰ ਦਾ ਵਚਨ ਮੇਰੇ ਅਤੇ ਆਪ ਦੇ ਲਈ ਕੀ ਕਹਿੰਦਾ ਹੈ। ਇਸ ਵਚਨ ਦੇ ਰਾਹੀਂ ਪਰਮੇਸ਼ਰ ਗੱਲ ਕਰਦਾ ਹੈ। ਔਰ ਇੱਥੇ ਯੋਸ਼ੀਆਹ ਦੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਇਹ ਕਿਤਾਬ, ਜਦੋਂ ਮੂਸਾ ਦੀ ਇਹ ਪੁਸਤਕ ਮਿਲੀ, ਉਸ ਦੇ ਨਾਲ ਗੱਲ ਕੀਤੀ, ਤਦ ਉਸਨੇ ਆਪਣੇ ਜੀਵਨ ਨੂੰ ਨਹੀਂ ਸਵਾਰਿਆ, ਬਲਕਿ ਆਪਣੇ ਆਸ-ਪਾਸ ਦੇ ਜੀਵਨ ਨੂੰ ਵੀ ਸਵਾਰਿਆ। ਲਿਖਿਆ, ਵਚਨ ਦੇ ਲਈ ਇੱਕ ਨਵੇਂ ਸਮਰਪਣ ਨੂੰ ਲੈ ਕੇ ਆਇਆ ਅਤੇ ਕੌਮ ਵਿੱਚ ਆਤਮਿਕ ਬਦਲਾਵ ਨੂੰ ਉਸਨੇ ਵਧਾਇਆ। ਇਹ ਅਸੀਂ ਕਿੱਥੇ ਪੜ੍ਹਦੇ ਹਾਂ? 23 ਦਾ 1 ਤੋਂ ਲੈ ਕੇ 30 ਤੱਕ ਜਦੋਂ ਅਸੀਂ ਪੜ੍ਹਾਂਗੇ ਹਿੱਸੇ ਦਾ, ਤਾਂ ਉਹਦੇ ਵਿੱਚ ਬਹੁਤ ਸਾਰੀ ਬੇਦਾਰੀ ਉਸਨੇ ਆਪਣੇ ਰਾਜ ਵਿੱਚ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਲੈਂਦੀ ਹੈ। ਸਿੱਧੇ ਰਾਹ ਤੇ ਚੱਲਣਾ, ਸਿੱਧੇ ਰਾਹ ਤੇ ਚੱਲਣਾ ਪਰਮੇਸ਼ਰ ਦਾ ਉਦੇਸ਼ ਹੈ।
कि हर एक मनुख ਉਹਨੂੰ ਜਾਣੇ। ਕਿਹਨੂੰ? ਉਸ ਪਰਮੇਸ਼ਰ ਨੂੰ ਜਿਸ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਪੈਦਾ ਕੀਤਾ, ਜਿਸ ਪਰਮੇਸ਼ਰ ਨੇ ਮੇਰੇ ਅਤੇ ਆਪ ਦੇ ਵਿੱਚ ਸਾਹ ਫੂਕਿਆ, ਜਿਸ ਪਰਮੇਸ਼ਰ ਨੇ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਇਹ ਅੱਖ ਦਿੱਤੀ ਕਿ ਅਸੀਂ ਇਸ ਅੱਖ ਦੇ ਨਾਲ ਉਸ ਦੇ ਜੀਵਤੇ ਪਰਮੇਸ਼ਰ ਦੇ ਵਚਨ ਨੂੰ ਜਾਣ ਕੇ ਉਸ ਦੀ ਸੱਚੀ ਭਗਤੀ ਕਰ ਸਕੀਏ। ਪਰਮੇਸ਼ਰ ਦਾ ਉਦੇਸ਼ ਹੈ। ਪਹਿਲੀ ਗੱਲ ਜੋ ਮੈਂ ਆਪ ਨੂੰ ਦੱਸਣ ਜਾ ਰਿਹਾ ਹਾਂ ਇੱਥੇ, ਜੋ ਮੋਸਟ ਇੰਪੋਰਟੈਂਟ ਹੈ, ਉਹ ਹੈ ਜ਼ਬੂਰਾਂ ਦੀ ਪੁਸਤਕ 24 ਅਧਿਆਏ ਉਸ ਦੀ 4 ਅਤੇ 5 ਆਇਤ ਨੂੰ ਜਦੋਂ ਮੈਂ ਪੜ੍ਹਦਾ ਹਾਂ ਤਾਂ ਉਸ ਵਿੱਚ ਪਰਮੇਸ਼ਰ ਦਾ ਵਚਨ ਮੈਨੂੰ ਸਾਫ਼ ਰੀਤੀ ਨਾਲ ਦੱਸਦਾ ਹੈ ਕਿ ਅਸੀਂ ਪਰਮੇਸ਼ਰ ਦੇ ਸੱਚੇ ਰਾਹ ਦੇ ਉੱਤੇ ਚੱਲੀਏ, ਜਿਸ ਦੇ ਲਈ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਆਪਣੇ ਕੋਲ ਬੁਲਾਇਆ ਹੈ। ਇੱਥੇ 4 ਅਤੇ 5 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਹੇ ਯਹੋਵਾ ਮੈਨੂੰ ਆਪਣਾ ਰਾਹ ਸਿਖਾੜ। ਦਾਊਦ ਦੀ ਇਹ ਪ੍ਰਾਰਥਨਾ ਸੀ। ਕੀ ਅਸੀਂ ਇਹ ਪ੍ਰਾਰਥਨਾ ਆਪਣੇ ਜੀਵਨ 'ਚ ਕਰਦੇ ਹਾਂ? ਦਿਨ ਪ੍ਰਤੀ ਦਿਨ ਜਦੋਂ ਦਿਨ ਚੜ੍ਹਦਾ ਹੈ ਔਰ ਅਸੀਂ ਦਿਨ ਦੇ ਵਿੱਚ ਆਉਂਦੇ ਹਾਂ ਤਾਂ ਉਸ ਵੇਲੇ ਮੇਰੀ ਪ੍ਰਾਰਥਨਾ ਹੋਣੀ ਚਾਹੀਦੀ ਹੈ। ਮੇਰੀ ਪ੍ਰਾਰਥਨਾ ਇਹ ਨਹੀਂ ਹੋਣੀ ਚਾਹੀਦੀ ਉਹ ਮੈਨੂੰ ਰਾਹ ਦੱਸੇ, ਉਹ ਮੈਨੂੰ ਦੱਸੇ ਮੈਂ ਇੱਦਾਂ ਕਰਾਂ। ਨਹੀਂ, ਮੇਰਾ ਜੀਵਨ ਵਿਸ਼ਵਾਸ ਦਾ ਹੈ, ਮੇਰਾ ਜੀਵਨ ਪਰਮੇਸ਼ਰ ਦਾ ਹੈ। ਮੇਰਾ ਜੀਵਨ ਪਰਮੇਸ਼ਰ ਦਾ ਇਸ ਲਈ ਹੈ ਕਿਉਂਕਿ ਇਸ ਜੀਵਨ ਨੂੰ ਉਸਨੇ ਬਚਾਉਣ ਦੇ ਲਈ ਮੇਰੇ ਲਈ ਆਪਣੇ ਪਿਆਰੇ ਪੁੱਤਰ ਦੇ ਰਾਹੀਂ ਕਾਲਵਰੀ ਕਰੂਸ ਦੇ ਉੱਤੇ ਇੱਕ ਕੀਮਤ ਚੁਕਾਈ ਹੈ। ਉਸਨੇ ਮੈਨੂੰ ਲਹੂ ਦੇ ਨਾਲ ਮੁੱਲ ਖਰੀਦਿਆ। ਇਸ ਲਈ ਮੇਰੀ ਪ੍ਰਾਰਥਨਾ ਹੋਣੀ ਚਾਹੀਦੀ ਹੈ, ਹੇ ਯਹੋਵਾ ਆਪਣੇ ਰਾਹ ਮੈਨੂੰ ਸਿਖਾਲ ਅਤੇ ਆਪਣੇ ਮਾਰਗ ਮੈਨੂੰ ਸਿਖਾਲ। ਆਪਣੀ ਸੱਚਾਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਲ, ਕਿਉਂ ਜੋ ਤੂੰ ਮੇਰਾ ਮੁਕਤੀ ਦਾਤਾ ਪਰਮੇਸ਼ਰ ਹੈ। ਸਾਰਾ ਦਿਨ ਮੈਂ ਤੈਨੂੰ ਤੱਕਦਾ ਹਾਂ। ਇਹ ਪ੍ਰਾਰਥਨਾ ਮੇਰੇ ਅਤੇ ਆਪ ਦੇ ਜੀਵਨ 'ਚ ਕਹਿੰਦਾ ਹੈ। ਉਹ ਆਪਣੇ ਪਿਤਾ ਦਾਊਦ ਦੇ ਰਾਹ ਉੱਤੇ ਚੱਲਿਆ ਕਿਉਂਕਿ ਇਹ ਦਾਊਦ ਦੀ ਪ੍ਰਾਰਥਨਾ ਸੀ। ਦਾਊਦ ਆਪਣੇ ਜੀਵਨ 'ਚ ਪ੍ਰਾਰਥਨਾ ਕਰਦਾ ਸੀ, ਇਸ ਲਈ ਪਰਮੇਸ਼ਰ ਉਸ ਨੂੰ ਰਾਹ ਦਿਖਾਉਂਦਾ ਸੀ। ਇਸ ਲਈ ਪਰਮੇਸ਼ਰ ਆਪਣੀ ਮੁਕਤੀ ਨੂੰ ਉਸ ਵਿੱਚ ਯਕੀਨੀ ਬਣਾ ਕੇ ਰੱਖਦਾ ਸੀ। ਇਸ ਲਈ ਪਰਮੇਸ਼ਰ ਉਸ ਦੇ ਜੀਵਨ ਦਾ ਰਾਖਾ ਹੁੰਦਾ ਸੀ। ਅੱਜ ਅਸੀਂ ਡਿੱਗਦੇ ਕਿਉਂ? ਅੱਜ ਸਾਡੇ ਜੀਵਨ ਦੇ ਵਿੱਚ ਪ੍ਰੋਬਲਮਸ ਕਿਉਂ ਹੈ? ਅੱਜ ਸਾਡੇ ਜੀਵਨ ਦੇ ਵਿੱਚ ਕਲੇਸ਼ ਕਿਉਂ ਹੈ? ਅੱਜ ਸਾਡੇ ਪਰਿਵਾਰਾਂ ਦੇ ਵਿੱਚ ਬਣਦੀ ਕਿਉਂ ਨਹੀਂ? ਅੱਜ ਅਸੀਂ ਇੱਕ ਦੂਜੇ ਦੇ ਵਿਰੋਧੀ ਕਿਉਂ ਹਾਂ? ਅੱਜ ਅਗਰ ਮਾਂ-ਬਾਪ ਸਾਨੂੰ ਕਹਿੰਦੇ ਆ ਤਾਂ ਸਾਡੇ ਬੱਚੇ ਸਾਡੇ ਵਿਰੁੱਧ ਬੋਲਦੇ ਕਿਉਂ ਆ? ਉਸ ਦਾ ਕਾਰਨ ਇਹ ਹੈ ਕਿ ਅਸੀਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਨਹੀਂ ਕਰਦੇ। ਹੇ ਯਹੋਵਾ ਤੂੰ ਮੈਨੂੰ ਆਪਣਾ ਰਾਹ ਸਿਖਾੜ। ਦਾਊਦ ਦੀ ਪ੍ਰਾਰਥਨਾ ਸੀ ਔਰ ਇਹ ਗੱਲ ਯੋਸ਼ੀਆਹ ਨੇ ਆਪਣੇ ਜੀਵਨ ਦੇ ਵਿੱਚ ਅਪਲਾਈ ਕੀਤੀ। ਅਪਲਾਈ ਕਰਨ ਦਾ ਮਤਲਬ ਉਸਨੇ ਲਾਗੂ ਕੀਤੀ। ਜਦੋਂ ਅਸੀਂ ਕਿਸੇ ਚੀਜ਼ ਨੂੰ ਲਾਗੂ ਕਰਦੇ ਹਾਂ ਤਦ ਅਸੀਂ ਉਸ ਦਾ ਟੇਸਟ ਆਪਣੇ ਜੀਵਨ 'ਚ ਦੇਖਦੇ। ਮੇਰੇ ਪਿਆਰੇ ਅਜ਼ੀਜ਼, ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਉਹਨੂੰ ਚੱਖੀਏ। ਜੇ ਅਸੀਂ ਚੱਖਾਂਗੇ ਤਾਂ ਉਹਨੂੰ ਜਾਣਾਂਗੇ ਅਤੇ ਉਹਦੇ ਰਾਹ ਨੂੰ ਪਛਾਣਾਂਗੇ ਅਤੇ ਉਹਦੇ ਉਦੇਸ਼ ਨੂੰ ਜੋ ਮੇਰੇ ਜੀਵਨ 'ਚ ਹੈ ਉਸ ਨੂੰ ਸਮਝ ਕੇ ਉਸ ਦੇ ਪਿੱਛੇ ਅਸੀਂ ਚੱਲ ਕੇ ਆਪਣੀ ਮੰਜ਼ਿਲ 'ਤੇ ਪਹੁੰਚਾਂਗੇ। ਇਸ ਲਈ ਸਭ ਤੋਂ ਪਹਿਲਾਂ ਅਸੀਂ ਆਪਣੇ ਪੱਥ ਦੇ ਉੱਤੇ ਜਿਹੜਾ ਰਾਹ ਸਿੱਧਾ ਹੈ, ਜਿਹੜਾ ਰਾਹ ਸੱਚਾਈ ਦਾ ਹੈ, ਜਿਹੜਾ ਰਾਹ ਜੀਵਨ ਦਾ ਹੈ, ਜਿਹੜਾ ਰਾਹ ਮੈਨੂੰ ਸਵਰਗ ਦੇ ਵਿੱਚ ਸਦੀਪਕ ਜਿਉਣ ਦੇ ਵਿੱਚ ਲੈ ਕੇ ਜਾਂਦਾ ਹੈ, ਉਹ ਰਾਹ ਪਰਮੇਸ਼ਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਤੋਂ ਮਿਲਦਾ ਹੈ। ਉਸ ਨੂੰ ਸਿੱਖਣ ਦੇ ਲਈ ਇਸ ਵਚਨ ਦੇ ਕੋਲ ਜਾਣਾ ਪਏਗਾ। ਮੈਨੂੰ ਅਤੇ ਆਪ ਨੂੰ ਅਤੇ ਮੇਰੀ ਸੰਤਾਨ ਨੂੰ ਅਤੇ ਮੇਰੀ ਕਲੀਸਿਆ। ਜੇ ਅਸੀਂ ਇਹ ਨਹੀਂ ਕਰਦੇ ਤਾਂ ਮੇਰੇ ਪਿਆਰੇ ਅਜ਼ੀਜ਼, ਅਸੀਂ ਪਰਮੇਸ਼ਰ ਦੇ ਉਸ ਉਦੇਸ਼ ਤੋਂ ਭਟਕੇ ਹੋਏ ਹਾਂ ਜੋ ਉਸਨੇ ਮੇਰੇ ਜੀਵਨ ਦੇ ਵਿੱਚ ਉਤਪਤ ਤੋਂ ਪਹਿਲਾਂ ਹੀ ਧਰਿਆ ਹੋਇਆ। ਯੋਸ਼ੀਆਹ ਨੇ ਰਾਹ ਪਾ ਲਿਆ। ਕੀ ਤੁਸੀਂ ਇਹ ਰਾਹ ਪਾਇਆ ਹੈ? ਕੀ ਤੁਸੀਂ ਇਹ ਪਰਮੇਸ਼ਰ ਦੇ ਉਦੇਸ਼ ਨੂੰ ਜਾਣ ਲਿਆ ਹੈ? ਯੋਸ਼ੀਆਹ ਨੇ ਜਾਣ ਲਿਆ। ਇਸ ਲਈ ਉਹ ਨਾ ਸੱਜੇ ਮੁੜਿਆ ਨਾ ਖੱਬੇ ਮੁੜਿਆ। ਉਹ ਪਰਮੇਸ਼ਰ ਦੇ ਸਿੱਧੇ ਰਾਹ ਦੇ ਉੱਤੇ ਚੱਲਿਆ।
ਅਗਲੀ ਗੱਲ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ ਇਸ ਦੇ ਵਿੱਚ ਉਸ ਨੇ ਇਸ ਦੇ ਵਿੱਚੋਂ ਕੀ ਸਿੱਖੀ। ਉਹ ਸੀ ਪਰਮੇਸ਼ਰ ਉਸ ਦੇ ਵਚਨ ਦੇ ਰਾਹੀਂ ਉਸ ਦੀ ਅਗਵਾਈ ਕਰਦਾ ਸੀ, ਉਸ ਨੂੰ ਗਾਈਡ ਕਰਦਾ ਸੀ। ਪਰਮੇਸ਼ਰ ਆਪਣੇ ਵਚਨ ਦੇ ਰਾਹੀਂ ਉਸ ਦੀ ਅਗਵਾਈ ਕਰਦਾ ਸੀ। ਕੀ ਤੁਸੀਂ ਪਰਮੇਸ਼ਰ ਦੇ ਵਚਨ ਤੋਂ ਕਦੇ ਪੁੱਛਿਆ, ਪਰਮੇਸ਼ਰ ਅੱਜ ਮੈਨੂੰ ਰਾਹ ਦਿਖਾਣ ਕਿ ਤੇਰੀ ਮੇਰੇ ਜੀਵਨ ਦੇ ਵਿੱਚ ਕੀ ਅਗਵਾਈ ਹੈ, ਮੈਂ ਕੀ ਕਰਾਂ? ਸਾਡੇ ਬੱਚਿਆਂ ਨੂੰ ਤਾਂ ਅਗਵਾਈ ਨਹੀਂ ਪਤਾ ਹੁੰਦੀ। ਉਹ ਕੀ ਕਹਿੰਦੇ ਆ, ਅੱਜ ਮੈਂ ਆਹ ਕਰਨਾ। ਕੋਈ ਕਹਿੰਦਾ ਮੈਂ ਐਕਟਰ ਬਣਨਾ, ਕੋਈ ਕਹਿੰਦਾ ਜੀ ਮੈਂ ਕ੍ਰਿਕਟਰ ਬਣਨਾ, ਕੋਈ ਕਹਿੰਦਾ ਜੀ ਮੈਂ ਫੁੱਟਬਾਲਰ ਬਣਨਾ, ਕੋਈ ਕਹਿੰਦਾ ਜੀ ਮੈਂ ਵਿਦੇਸ਼ ਨੂੰ ਜਾਣਾ। ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਅਗਵਾਈ ਦਾ ਹੀ ਨਹੀਂ ਪਤਾ ਹੈ। ਅਗਵਾਈ ਦਾ ਤਾਂ ਪਤਾ ਚੱਲੇਗਾ ਜੇ ਉਹ ਪਰਮੇਸ਼ਰ ਦੀ ਸੰਗਤ ਵਿੱਚ ਆਉਣਗੇ। ਅਗਵਾਈ ਦਾ ਤਾਂ ਪਤਾ ਚੱਲੇਗਾ ਜੇ ਉਹ ਪਰਮੇਸ਼ਰ ਦੇ ਲੋਕਾਂ ਦੇ ਕੋਲੋਂ ਪਰਮੇਸ਼ਰ ਦੀ ਬਾਣੀ ਨੂੰ ਸੁਣਨਗੇ। ਉਹਨਾਂ ਕੋਲ ਟਾਈਮ ਹੀ ਨਹੀਂ ਹੈ ਪਰਮੇਸ਼ਰ ਦੀ ਬਾਣੀ ਸੁਣਨ ਦਾ। ਉਹਨਾਂ ਕੋਲ ਟਾਈਮ ਹੈ ਕਿਹਨਾਂ ਕੋਲ? ਮਖੌਲੀਆਂ ਦੀ ਜੁੰਡੀ ਦੇ ਵਿੱਚ ਬਹਿਣ ਦਾ, ਜੁਆਰੀਆਂ ਦੇ ਕੋਲ ਬੈਠ ਕੇ ਤਾਸ਼ ਖੇਲਣ ਦਾ। ਉਹਨਾਂ ਕੋਲ ਇਸ ਚੀਜ਼ ਦਾ ਸਮਾਂ ਹੈ, ਪਰ ਪਰਮੇਸ਼ਰ ਦੀ ਬਾਣੀ ਦੇ ਕੋਲ ਆ ਕੇ ਅਗਵਾਈ ਪ੍ਰਾਪਤ ਕਰਨ ਦਾ ਸਮਾਂ ਨਹੀਂ ਹੈ। ਕੀ ਕਹਿੰਦਾ ਹੈ ਜ਼ਬੂਰ 119 ਦਾ 105 ਦੇ ਵਿੱਚ? ਪਰਮੇਸ਼ਰ ਦਾ ਦਾਸ ਕੀ ਆਖਦਾ ਹੈ, ਮੈਂ ਆਪ ਦੇ ਲਈ ਪੜ੍ਹਨਾ ਚਾਹੁੰਦਾ ਹਾਂ। 119 ਉਸ ਦਾ 105 ਇੱਥੇ ਲਿਖਿਆ ਹੈ, ਬੜਾ ਜਾਣਿਆ ਪਛਾਣਿਆ ਖੰਡ ਹੈ, ਮੈਂ ਆਪ ਦੇ ਲਈ ਫਿਰ ਵੀ ਪੜ੍ਹ ਰਿਹਾ ਹਾਂ। ਕਿਉਂਕਿ ਪਰਮੇਸ਼ਰ ਦੀ ਵਿਵਸਥਾ ਪੈਰਾਂ ਦੇ ਲਈ ਦੀਪਕ ਹੈ। ਕਿਉਂਕਿ ਪਰਮੇਸ਼ਰ ਦੀ ਵਿਵਸਥਾ ਪੈਰਾਂ ਦੇ ਲਈ ਦੀਪਕ ਹੈ। ਜਿਹੜੀ ਮੂਸਾ ਦੀ ਵਿਵਸਥਾ ਉਹਨੂੰ ਮਿਲੀ ਹਿਲਕਿਆ ਨਬੀ ਦੇ ਰਾਹੀਂ, ਉਸ ਦੇ ਲਈ ਪੈਰਾਂ ਦਾ ਦੀਪਕ ਬਣ ਗਈ ਅਤੇ ਉਸ ਰਾਹ ਦੇ ਉੱਤੇ ਤੁਰਿਆ ਅਤੇ ਮੁਬਾਰਕ ਹੋ ਗਿਆ। ਤੁਸੀਂ ਵੀ ਮੁਬਾਰਕ ਹੋ ਸਕਦੇ ਹੋ। ਤੁਹਾਡੇ ਲਈ ਵੀ ਮੁਬਾਰਕ ਰਸਤਾ ਹੈ, ਪਰ ਤੁਹਾਡੇ ਹੱਥਾਂ ਦੇ ਵਿੱਚ ਪਰਮੇਸ਼ਰ ਦਾ ਵਚਨ ਦਿੱਤਾ ਹੋਇਆ ਹੈ। ਕੀ ਤੁਸੀਂ ਇਸ ਵਚਨ ਦੇ ਨਾਲ ਉਸ ਦੀ ਖੋਜ ਕਰਦੇ ਹੋ? ਜੇ ਖੋਜ ਕਰਦੇ ਹੋ ਤਾਂ ਸੱਚਮੁੱਚ ਤੁਹਾਨੂੰ ਰਾਹ ਮਿਲੇਗਾ। ਇਸ ਕਰਕੇ ਲਿਖਿਆ, ਤੇਰਾ ਵਚਨ ਮੇਰੇ ਪੈਰਾਂ ਦੇ ਲਈ ਦੀਪਕ ਅਤੇ ਮੇਰੇ ਰਾਹ ਦਾ ਚਾਨਣ ਹੈ। ਦੀਪਕ, ਦੀਪਕ ਦਾ ਮਤਲਬ ਕੀ ਹੈ? ਬਲਣਾ। ਬਲਣ ਦਾ ਮਤਲਬ ਕੀ ਹੈ? ਉਹ ਹਮੇਸ਼ਾ ਤੇਲ ਦੇ ਨਾਲ ਸਿਮਟਿਆ ਰਹਿੰਦਾ ਹੈ, ਔਰ ਜਿੰਨਾ ਚਿਰ ਤੇਲ ਦੇ ਵਿੱਚ ਸਿਮਟਿਆ ਰਹਿੰਦਾ ਵਲਦਾ ਰਹਿੰਦਾ ਹੈ। ਇਹਦਾ ਮਤਲਬ ਜਿੰਨਾ ਚਿਰ ਉਹ ਸੰਗਤ ਦੇ ਵਿੱਚ ਰਹਿੰਦਾ ਹੈ, ਜਿੰਨਾ ਚਿਰ ਉਹ ਪਰਮੇਸ਼ਰ ਦੇ ਵਚਨ ਵਿੱਚ ਰਹਿੰਦਾ ਹੈ, ਉਹ ਜਾਗਰਤ ਰਹਿੰਦਾ ਹੈ ਅਤੇ ਉਸ ਦੇ ਰਾਹ ਹਮੇਸ਼ਾ ਮੁਬਾਰਕ ਹੁੰਦੇ ਆ। ਉਹ ਪਰਮੇਸ਼ਰ ਦੇ ਕੋਲ ਉਸ ਨੂੰ ਹਮੇਸ਼ਾ ਅਗਵਾਈ ਮਿਲਦੀ ਹੈ ਅਤੇ ਮੇਰੇ ਰਾਹ ਦੇ ਲਈ ਚਾਨਣ। ਜਦੋਂ ਮਸ਼ਾਲ ਬਾਲੀ ਜਾਂਦੀ ਸੀ ਨਾ ਪਹਿਲੇ ਸਮਿਆਂ ਦੇ ਵਿੱਚ, ਕਾਹਦੇ ਲਈ ਬਾਲੀ ਜਾਂਦੀ ਸੀ? ਤਾਂ ਕਿ ਆਉਣ ਜਾਣ ਵਾਲੇ ਨੂੰ ਰਾਸਤਾ ਦਿਖੇ ਕਿ ਇੱਥੇ ਖੱਡਾ ਤਾਂ ਨਹੀਂ ਹੈ, ਇੱਥੇ ਕਿੱਲ ਤਾਂ ਨਹੀਂ ਹੈ, ਇੱਥੇ ਮੇਰੇ ਲਈ ਕੋਈ ਘਾਤਕ ਵਸਤੂ ਤਾਂ ਨਹੀਂ ਹੈ ਜਿਸ ਦੇ ਨਾਲ ਮੇਰਾ ਨੁਕਸਾਨ ਹੋ ਸਕੇ। ਉਹਨਾਂ ਦੇ ਲਈ ਚਾਨਣ। ਇਹ ਵਚਨ ਹਰ ਇੱਕ ਔਕੜ ਤੋਂ, ਹਰ ਇੱਕ ਬੁਰਾਈ ਤੋਂ, ਹਰ ਇੱਕ ਬੁਰੇ ਖਿਆਲ ਤੋਂ ਮੈਨੂੰ ਬਚਾਉਂਦਾ ਹੈ। ਇਸ ਲਈ ਉਹ ਚਾਨਣ ਹੈ। ਇਹ ਮੂਸਾ ਦੀ ਵਿਵਸਥਾ ਮੇਰੇ ਪੈਰਾਂ ਦੇ ਲਈ ਚਾਨਣ ਦੀਪਕ ਹੈ, ਜਿਸ ਦੇ ਨਾਲ ਮੈਂ ਆਪਣੇ ਮਾਰਗਾਂ ਨੂੰ ਮੁਬਾਰਕ ਕਰਦਾ ਹਾਂ। ਯੋਸ਼ੀਆ ਇਸ ਵਚਨ ਦੇ ਨਾਲ ਜਦੋਂ ਉਸ ਨੂੰ ਮਿਲਿਆ, ਮੁਬਾਰਕ ਹੋ ਗਿਆ। ਉਸ ਦਾ ਜੀਵਨ ਮੁਬਾਰਕ ਹੋ ਗਿਆ, ਉਸ ਦਾ ਸਫ਼ਰ ਮੁਬਾਰਕ ਹੋ ਗਿਆ, ਜਿਸ ਦੇ ਪਿੱਛੇ ਚੱਲਦਾ ਸੀ ਉਹ ਮੁਬਾਰਕ ਹੋ ਗਿਆ। ਆਖਰੀ ਗੱਲ, ਸੀਕ ਫਸਟ ਫਰੂਟ ਹਿਸ ਕਿੰਗਡਮ। ਜੇ ਤੁਸੀਂ ਇਸ ਪਰਮੇਸ਼ਰ ਦੇ ਵਚਨ ਦੇ ਨਾਲ ਪਰਮੇਸ਼ਰ ਦੇ ਰਾਜ ਦੀ ਖੋਜ ਕਰੋਗੇ ਤਾਂ ਤੁਹਾਨੂੰ ਪਰਮੇਸ਼ਰ ਦਾ ਰਾਜ ਮਿਲ ਜਾਵੇਗਾ। ਕੀ ਲਿਖਿਆ ਹੈ ਮਤੀ 6:33 ਦੇ ਵਿੱਚ? ਪਹਿਲਾਂ ਤੁਸੀਂ ਉਸ ਦੇ ਧਰਮ ਅਤੇ ਰਾਜ ਦੀ ਖੋਜ ਕਰੋ ਤਾਂ ਸਭ ਵਸਤਾਂ ਤੁਹਾਨੂੰ ਮਿਲ ਜਾਣਗੀਆਂ।
ਇਹਦਾ ਮਤਲਬ ਪਹਿਲਾਂ ਤੁਸੀਂ ਸੰਗਤ ਦੇ ਵਿੱਚ ਜਾਓ। ਇਹਦਾ ਮਤਲਬ ਤੁਸੀਂ ਪਹਿਲਾਂ ਸੰਗਤ ਦੇ ਨਾਲ ਜੁੜੋ। ਇਹਦਾ ਮਤਲਬ ਪਹਿਲਾਂ ਤੁਸੀਂ ਪਰਮੇਸ਼ਵਰ ਦੇ ਅੱਗੇ ਆਪਣਾ ਜੀਵਨ ਦਿਓ, ਉਸ ਨੂੰ ਸਮਰਪਿਤ ਕਰੋ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਪਰਮੇਸ਼ਵਰ ਜੋ ਨੀਡ ਤੁਹਾਡੀ ਹੈ, ਜੋ ਜ਼ਰੂਰਤ ਤੁਹਾਡੀ ਹੈ, ਜਿਹੜੀ ਚੀਜ਼ ਤੁਸੀਂ ਚਾਹੁੰਦੇ ਹੋ, ਜੋ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਮਕਸਦ ਹੈ, ਉਹ ਪੂਰਾ ਹੋ ਜਾਏਗਾ। ਉਹ ਆਦੇਸ਼ ਪੂਰਾ ਹੋ ਜਾਏਗਾ। ਮੇਰੇ ਪਿਆਰੇ ਅਜ਼ੀਜ਼, ਪਰਮੇਸ਼ਵਰ ਦਾ ਉਦੇਸ਼ ਹੈ ਹਰ ਇੱਕ ਮਨੁੱਖ ਉਸ ਦੇ ਵਚਨ ਦੇ ਨਾਲ ਉਸ ਦੇ ਰਾਜ ਵਿੱਚ ਪਹੁੰਚੇ। ਕੀ ਤੁਸੀਂ ਇਸ ਵਚਨ ਦੇ ਨਾਲ ਉਸ ਦੇ ਕੋਲ ਪਹੁੰਚਣ ਦੇ ਲਈ ਤਿਆਰ ਹੋ? ਪੌਲਸ ਪਹੁੰਚ ਗਿਆ, ਯਹੰਨਾ ਪਹੁੰਚ ਗਿਆ, ਪਤਰਸ ਪਹੁੰਚ ਗਿਆ, ਮਤੀ ਪਹੁੰਚ ਗਿਆ, ਲੂਕ ਪਹੁੰਚ ਗਿਆ, ਸਿਲਾਸ ਪਹੁੰਚ ਗਿਆ, ਤਿਮੋਥੀ ਪਹੁੰਚ ਗਿਆ, ਯਹੰਨਾ ਪਹੁੰਚ ਗਿਆ। ਕੀ ਤੁਸੀਂ ਪਹੁੰਚ ਚੁੱਕੇ ਹੋ? ਉਹ ਵਚਨ ਦੇ ਨਾਲ ਪਹੁੰਚੇ ਆ। ਉਹਨਾਂ ਨੇ ਆਪਣੇ ਵਚਨ ਦੇ ਵਿੱਚ ਕਿਹਾ ਹੈ ਅਸੀਂ ਆਪਣੀ ਯਾਤਰਾ ਪੂਰੀ ਕਰ ਲਈ ਹੈ, ਸਾਡਾ ਸਫ਼ਰ ਪੂਰਾ ਹੋ ਗਿਆ ਹੈ, ਮੈਂ ਦੌੜ ਮੁਕਾ ਛੱਡੀ ਹੈ। ਕੀ ਤੁਸੀਂ ਕਰ ਚੁੱਕੇ ਹੋ? ਇਹ ਕਿਵੇਂ ਹੋਵੇਗਾ? ਜਦ ਤੱਕ ਮੈਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਨਹੀਂ ਕਰਦਾ, ਜਦ ਤੱਕ ਮੈਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਜੀਵਨ ਦੇ ਵਿੱਚ ਸਥਾਨ ਨਹੀਂ ਦਿੰਦਾ, ਉਦੋਂ ਤੱਕ ਮੈਂ ਕਦੇ ਵੀ ਆਪਣੇ ਜੀਵਨ ਦੇ ਵਿੱਚ, ਆਪਣੇ ਸਫ਼ਰ ਦੇ ਵਿੱਚ, ਆਪਣੇ ਮਾਰਗ ਦੇ ਵਿੱਚ, ਆਪਣੇ ਉਦੇਸ਼ ਦੇ ਵਿੱਚ ਜੋ ਪਰਮੇਸ਼ਰ ਦੇ ਨਾਲ ਕਦੇ ਸਕਸੈਸ ਨਹੀਂ ਹੋ ਸਕਦਾ, ਸਫਲ ਨਹੀਂ ਹੋ ਸਕਦਾ। ਇਸ ਲਈ ਪਰਮੇਸ਼ਰ ਦਾ ਉਦੇਸ਼ ਹੈ ਕਿ ਤੁਸੀਂ ਪਰਮੇਸ਼ਰ ਨੂੰ ਜਾਣੋ, ਕਿ ਤੁਸੀਂ ਉਸ ਦੇ ਨਾਲ ਹਮੇਸ਼ਾ ਦਾ ਰਾਜ ਕਰ ਸਕੋ। ਪਰਮੇਸ਼ਰ ਆਪ ਨੂੰ ਇਸ ਤਰ੍ਹਾਂ ਕਰਨ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ। ਕੱਲ ਹੋਰ ਨਵਾਂ ਦਿਨ ਸਾਨੂੰ ਮਿਲਦਾ ਹੈ ਤਾਂ ਅਸੀਂ ਪਰਮੇਸ਼ਰ ਦੇ ਵਚਨ ਦੇ ਨਾਲ ਆਪ ਦੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਸ਼ਬਾ ਖੈਰ।